ਹੈਲੋ ਵੈਲਕਮ ਟੂ ਆਲ ਆਫ ਯੂ। ਅੱਜ ਆਪਾਂ ਗੱਲ ਕਰਨੀ ਹੈਗੀ ਆ ਆਇਲਟਸ ਰੀਡਿੰਗ ਦੀ। ਤਾਂ ਆਪਣੇ ਕੋਲ ਜਿਹੜਾ ਸੈਕਸ਼ਨ ਹੈਗਾ ਉਹ ਲਿਸਟ ਆਫ ਹੈਡਿੰਗ ਆ। ਬਹੁਤ ਸਾਰੇ ਬੱਚਿਆਂ ਨੂੰ ਇਸ ਵਿੱਚ ਪ੍ਰੋਬਲਮ ਆਉਂਦੀ ਆ। ਤਾਂ ਇੱਕ ਬੱਚੇ ਨੇ ਕਮੈਂਟ ਵੀ ਕੀਤਾ ਸੀਗਾ ਕਿ ਉਹਨਾਂ ਦਾ ਨਾ ਐਗਜ਼ਾਮ ਨੀਅਰ ਹੈਗਾ ਗਾ, ਤਾਂ ਉਹਨਾਂ ਨੂੰ ਲਿਸਟ ਆਫ ਹੈਡਿੰਗ ਦੇ ਵਿੱਚ ਜ਼ਿਆਦਾ ਪ੍ਰੋਬਲਮ ਆ ਰਹੀ ਹੈ। ਤਾਂ ਆਪਾਂ ਉਹ 'ਤੇ ਵੀਡੀਓ ਬਣਾਈ ਹੈਗੀ ਆ। ਤੁਸੀਂ ਜਿਹੜੇ ਵੀ ਤੁਹਾਨੂੰ ਸੈਕਸ਼ਨ ਦੀ ਹੈ ਨਾ ਲੋੜ ਹੈਗੀ ਆ, ਜਾਂ ਕਿਸੇ ਵੀ ਹੋਰ ਮੋਡਿਊਲ 'ਚ ਤੁਹਾਨੂੰ ਲੋੜ ਹੈਗੀ, ਤੁਸੀਂ ਕਮੈਂਟ ਸੈਕਸ਼ਨ ਵਿੱਚ ਮਤਲਬ ਪੁੱਛ ਸਕਦੇ ਹੈਗੇ ਆ। ਤਾਂ ਮੈਂ ਉਹਦੇ 'ਤੇ ਜਿਹੜੀ ਇੱਕ ਵੀਡੀਓ ਅਪਲੋਡ ਕਰ ਦੂੰਗੀ। ਤਾਂ ਬਾਕੀ ਜੇ ਹੈ ਨਾ ਮੈਂ ਉੱਥੇ ਕਮੈਂਟ ਸੈਕਸ਼ਨ ਵਿੱਚ ਤੁਹਾਡਾ ਨਹੀਂ ਰਿਪਲਾਈ ਕਰ ਰਿਹਾ, ਤਾਂ ਇਟ ਮੀਨਸ ਤੁਹਾਡਾ ਜਿਹੜਾ ਰਿਪਲਾਈ ਹੈਗਾ ਗਾ ਵੀਡੀਓ ਦੇ ਵਿੱਚ ਆਏਗਾ, ਹੈ ਨਾ। ਕਿਉਂਕਿ ਕਈ ਵਾਰੀ ਪੋਸੀਬਲ ਨਹੀਂ ਹੁੰਦਾ ਕਿ ਜਿਹੜੀ ਕਿ ਪ੍ਰੋਬਲਮ ਨੂੰ ਹੈ ਨਾ ਇੱਕੋ ਦਮ ਮੈਂ ਸੋਲਿਊਸ਼ਨ ਜਿਹੜਾ ਕਮੈਂਟ ਸੈਕਸ਼ਨ ਵਿੱਚ ਦੱਸਦਾ। ਬਟ ਜੇ ਕੋਈ ਹੁੰਦਾ ਹੈ ਤਾਂ ਮੈਂ ਮਤਲਬ ਕੋਸ਼ਿਸ਼ ਕਰਦੀ ਹੁੰਦੀ ਕਿ ਉੱਥੇ ਹੀ ਰਿਪਲਾਈ ਕਰਦਾ, ਬਟ ਨਹੀਂ ਤਾਂ ਫਿਰ ਆਪਾਂ ਵੀਡੀਓ ਤਾਂ ਬਣਾ ਹੀ ਲੈਣੇ ਹੈਗੇ ਆ। ਤਾਂ ਜਿਹੜੀ ਅੱਜ ਦੀ ਵੀਡੀਓ ਥੋੜ੍ਹੀ ਜਿਹੀ ਲੈਂਥੀ ਹੋਊਗੀ ਕਿਉਂਕਿ ਲਿਸਟ ਆਫ ਹੈਡਿੰਗ ਆ। ਤਾਂ ਚਲੋ ਆਪਾਂ ਸਟਾਰਟ ਕਰਦੇ ਹਾਂ। ਫਸਟ ਆਪਣੇ ਕੋਲ ਹੈਗਾ ਗਾ ਟੌਪਿਕ ਦਾ ਨਾਮ ਸਪੇਸ। ਅੱਗੇ ਆਪਣੇ ਕੋਲ ਕੀ ਆ, ਲਿਸਟ ਆਫ ਹੈਡਿੰਗਸ ਆਪਣੇ ਕੋਲ। ਤਾਂ ਇਹ ਆਪਾਂ ਨੂੰ ਆਲਰੇਡੀ ਗਿਵਨ ਦਿੱਤਾ, ਠੀਕ ਆ। ਤਾਂ ਆਪਣੇ ਕੋਲ ਕੀ ਆ, ਇਹਦਾ 5th ਆਪਾਂ ਕੱਢ ਦਾਂਗੇ, ਠੀਕ ਆ। ਇਹ ਗਿਵਨ ਆ, ਇਹਦਾ ਆਨਸਰ ਆਪਣੇ ਕੋਲ ਆਲਰੇਡੀ ਦਿੱਤਾ ਹੈਗਾ ਗਾ, ਤਾਂ ਆਪਾਂ ਇਹਨੂੰ ਕੱਢ ਦਾਂਗੇ ਤਾਂ ਜੋ ਆਪਾਂ ਨੂੰ ਕਨਫਿਊਜ਼ ਨਾ ਕਰੇ। ਤਾਂ ਆਪਾਂ ਹੁਣ ਸੈਕਸ਼ਨ ਬੀ ਵੱਲ ਚੱਲਦੇ ਹਾਂ। ਬਹੁਤ ਸਾਰੇ ਜਿਹੜੇ ਕੋਚਿੰਗ ਸੈਂਟਰ ਨੇ ਨਾ, ਉੱਥੇ ਬੱਚਿਆਂ ਨੂੰ ਕਿਹਾ ਜਾਂਦਾ ਹੈ ਨਾ ਕਿ 2 ਲਾਈਨਸ ਜਿਹੜੀਆਂ ਉਹ ਉੱਪਰੋਂ ਪੜ੍ਹ ਲਓ, ਹੈ ਨਾ, ਕਿਸੇ ਵੀ ਪੈਰਾਗ੍ਰਾਫ ਦੀਆਂ, ਤਾਂ 2 ਨੀਚੋਂ ਪੜ੍ਹ ਲਓ, ਇਹਦੇ ਵਿੱਚ ਆਨਸਰ ਫਾਈਂਡ ਹੋਊਗਾ। ਬਟ ਇਹ ਬਿਲਕੁਲ ਜਿਹੜਾ ਰੋਂਗ ਮੈਥਡ ਹੈਗਾ। ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਜਦੋਂ ਆਪਾਂ ਪੂਰਾ ਪੜ੍ਹਦੇ ਹੈਗੇ ਹਾਂ, ਕਿਉਂਕਿ ਆਪਣੇ ਕੋਲ ਜਿਹੜੇ ਹੈ ਨਾ 13-14 ਕੁਐਸਚਨਸ ਹੁੰਦੇ ਆ ਇੱਕ ਮਤਲਬ ਪੈਸੇਜ ਦੇ ਵਿੱਚ। ਤਾਂ ਜਦੋਂ ਵੀ ਆਪਾਂ ਕਰਦੇ ਹਾਂ ਆਪਾਂ ਆਲਮੋਸਟ ਸਾਰਾ ਹੀ ਪੜ੍ਹ ਲੈਂਦੇ ਹਾਂ, ਕਿਉਂਕਿ ਦੇਖੋ ਜੇ ਟਰੂ ਫਾਲਸ ਆ ਤਾਂ ਉੱਪਰਲੇ ਹਿੱਸੇ ਵਿੱਚ ਪਏ ਆ, ਹੈ ਨਾ। ਫੋਰ ਐਗਜ਼ਾਮਪਲ ਵੀ ਕਈ ਵੀ ਨੀਚੇ ਵੀ ਹੁੰਦੇ ਆ। ਤਾਂ ਟਰੂ ਫਾਲਸ ਜਿਹੜੇ ਆਪਾਂ ਮੰਨ ਲਿਓ ਉੱਪਰ, ਫਿਰ ਫਿਲਮ ਦੀ ਬਲੈਂਕਸ ਆ ਤਾਂ ਉਹ ਫਿਰ ਉਦੋਂ ਵਿਚਕਾਰ ਆ ਗਏ, ਹੈ ਨਾ। ਜੇ ਲਾਸਟ ਜਾਂ ਮਤਲਬ ਕੋਈ ਵੀ ਹੋਰ ਸੈਕਸ਼ਨ ਹੈਗਾ ਗਾ MCQ, ਉਹ ਲਾਸਟ ਵਾਲੇ 'ਚ, ਤਾਂ ਆਪਾਂ ਇੱਦਾਂ ਕਰਦੇ ਸਾਰਾ ਪੈਸੇਜ ਹੀ ਪੜ੍ਹ ਲੈਂਦੇ ਹੈਗੇ ਆ। ਤਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਜਿਹੜਾ ਸਾਰਾ ਸੈਕਸ਼ਨ ਪੜ੍ਹਨਾ ਹੈਗਾ ਗਾ। ਜਦੋਂ ਵੀ ਆਪਾਂ ਲਿਸਟ ਆਫ ਹੈਡਿੰਗ ਕਰੋ ਤਾਂ ਇਹ ਜਾਣੀ ਕਿ ਉਦੋਂ ਆਪਾਂ ਕਰਨਾ ਹੈਗਾ ਗਾ ਜਦੋਂ ਆਪਣੇ ਕੋਲ ਬਿਲਕੁਲ ਵੀ ਟਾਈਮ ਨਹੀਂ ਹੈਗਾ। ਆਪਾਂ ਉਦੋਂ ਹੀ ਕਰ ਸਕਦੇ ਹਾਂ ਵੀ ਲਾਸਟ ਵਾਲੀਆਂ 2 ਲਾਈਨਾਂ ਜਾਂ ਮਤਲਬ ਕਿ ਫਸਟ ਵਾਲੀਆਂ। ਬਟ ਮੈਂ ਬਿਲਕੁਲ ਵੀ ਇਹ ਸੁਜੈਸਟ ਨਹੀਂ ਕਰਦੀ ਕਿ ਤੁਸੀਂ ਇੱਦਾਂ ਕਰੋ, ਕਿਉਂਕਿ ਇੱਦਾਂ ਆਨਸਰ ਨਹੀਂ ਫਾਈਂਡ ਹੁੰਦਾ। ਆਪਾਂ ਨੂੰ 2-3 ਲਾਈਨਾਂ 'ਚ ਗੱਲ ਨਹੀਂ ਸਮਝ ਆਉਂਦੀ, ਕਿਉਂਕਿ ਆਪਣਾ ਇੰਗਲਿਸ਼ ਨਾਲ ਇੰਨਾ ਜ਼ਿਆਦਾ ਟੱਚ ਨਹੀਂ ਹੁੰਦਾ ਗਾ। ਤਾਂ ਜੇ ਕਿਸੇ ਬੱਚੇ ਦੀ ਬਹੁਤ ਜ਼ਿਆਦਾ ਵਧੀਆ ਇੰਗਲਿਸ਼ ਹੈਗੀ ਹੈ ਨਾ, ਤਾਂ ਉਹ ਕਰ ਸਕਦਾ ਜੇ ਉਹਨੂੰ ਲੱਗਦਾ ਹੈਗਾ 2 ਲਾਈਨਾਂ। ਬਟ ਮੈਨੂੰ ਨਹੀਂ ਲੱਗਦਾ ਕਿ ਆਪਾਂ ਆਨਸਰ ਜਿਹੜਾ ਇੰਨਾ ਈਜ਼ੀਲੀ ਫਾਈਂਡ ਕਰ ਪਾਵਾਂਗੇ, ਕਿਉਂਕਿ ਮੈਂ ਤਾਂ ਇਹੀ ਟ੍ਰਿਕ ਜਿਹੜੀ ਮਤਲਬ ਸੁਜੈਸਟ ਕਰਦੀ ਹਾਂ ਬੱਚਿਆਂ ਨੂੰ ਕਿ ਆਪਾਂ ਸਾਰਾ ਪੜ੍ਹਨਾ ਹੈਗਾ ਗਾ। ਤਾਂ ਆਪਣੇ ਕੋਲ ਇੱਥੇ ਸੈਕਸ਼ਨ ਬੀ ਹੈਗਾ ਗਾ। ਇਹ ਥੋੜ੍ਹਾ ਨਾ ਲੈਂਥੀ ਲੱਗ ਰਿਹਾ, ਬਟ ਹੈ ਨਹੀਂ ਹੈਗਾ, ਕਿਉਂਕਿ 2-4 ਹੀ ਵਰਡ ਸ਼ੋ ਹੋ ਰਹੇ ਨੇ ਇੱਕ ਲਾਈਨ ਦੇ ਵਿੱਚ, ਤਾਂ ਕਰਕੇ ਥੋੜ੍ਹਾ ਲੈਂਥੀ ਲੱਗਦਾ। The impact of unfitted population growth is clear for all to see। ਜਿਹੜਾ ਪਾਪੂਲੇਸ਼ਨ ਦਾ ਇੰਪੈਕਟ ਆ, ਵੱਧਦੀ ਪਾਪੂਲੇਸ਼ਨ ਦਾ, ਹੈ ਨਾ, ਤਾਂ ਉਹ ਸਾਰਿਆਂ ਲਈ ਕਲੀਅਰ ਆ, ਮਤਲਬ ਸਭ ਨੂੰ ਕਲੀਅਰ ਦਿਖ ਰਿਹਾ ਵਾ। Urbanization is now a more evident worldwide phenomenon than previously, as even greater numbers of people drift from rural areas to vast cities all over the world। ਠੀਕ ਆ। ਤਾਂ ਉਹ ਕਹਿੰਦੇ ਜਿਹੜਾ ਮਤਲਬ ਅਰਬਨਾਈਜੇਸ਼ਨ ਹੁੰਦਾ ਹੈਗਾ ਗਾ, ਸ਼ਹਿਰੀਕਰਨ, ਠੀਕ ਆ। ਮਤਲਬ ਕਿ ਜਿਹੜੇ ਲੋਕ ਅੱਜ ਕੱਲ੍ਹ ਸ਼ਹਿਰਾਂ ਨੂੰ ਜ਼ਿਆਦਾ ਮੂਵ ਹੋ ਰਹੇ ਆ ਨਾ ਪਿੰਡਾਂ ਨੂੰ ਛੱਡ ਕੇ, ਤਾਂ ਉਹ ਕਿਹਾ, ਉਹ ਕਹਿੰਦੇ ਵੀ ਵਰਲਡ ਵਾਈਡ ਪ੍ਰੋਬਲਮ ਬਣ ਚੁੱਕੀ ਹੈ ਇਹ। ਤਾਂ ਬਹੁਤ ਸਾਰੇ ਜਿਹੜੇ ਗ੍ਰੇਟਰ ਨੰਬਰ ਆਫ ਪੀਪਲਸ ਡਰਿਫਟ ਫਰੋਮ, ਉਹ ਮਤਲਬ ਕਿ ਛੱਡ ਰਹੇ ਆ ਰੂਰਲ ਏਰੀਆਜ਼ ਟੂ ਵਾਸਟ ਸਿਟੀਜ਼ ਆਲ ਓਵਰ ਦਾ ਵਰਲਡ। ਤਾਂ ਜਿਹੜੇ ਸਿਟੀਜ਼ ਵੱਲ ਨੂੰ ਮੂਵ ਹੋ ਰਹੇ ਆ, ਵਰਲਡ ਲਾਈਕ ਟੋਕਿਓ ਸਿਟੀਜ਼ ਦੇ ਨੇਮ ਦਿੱਤੇ ਆ, ਠੀਕ ਆ। ਟੋਕਿਓ, ਮੈਕਸੀਕੋ ਸਿਟੀ ਐਂਡ ਮੁੰਬਈ। ਤਾਂ ਆਪਾਂ ਨੂੰ 3 ਸਿਟੀਜ਼ ਦਿੱਤੀਆਂ ਹੈਗੀਆਂ। ਤਾਂ ਉਹਦੇ ਆਪਾਂ ਨੂੰ ਗਾਂ ਇਹ ਵੀ ਦੱਸਿਆ ਗਿਆ ਕਿੰਨੇ ਲੋਕ ਆਲਮੋਸਟ ਜਾਂਦੇ ਹੈਗੇ ਆ, ਠੀਕ ਆ। ਤਾਂ ਆਪਣੇ ਕੋਲ ਦਿੱਤਾ 26.4 ਮਿਲੀਅਨਸ। ਤਾਂ ਇਹ ਆਪਣੇ ਕੋਲ ਟੋਕੀਓ ਦਾ ਡਾਟਾ ਹੈਗਾ, ਠੀਕ ਆ। ਤਾਂ 18.4 ਮਿਲੀਅਨਸ ਮੈਕਸੀਕੋ ਦਾ ਐਂਡ 18.1 ਮਿਲੀਅਨ ਹੈਗਾ ਮੁੰਬਈ ਦਾ। ਤਾਂ ਜਦੋਂ ਆਪਾਂ ਰਿਸਪੈਕਟਿਵਲੀ ਲਾ ਦਿੰਦੇ ਹਾਂ ਤਾਂ ਫਿਰ ਇਹਦਾ ਮਤਲਬ ਹੁੰਦਾ ਫਸਟ ਵਾਲਾ ਫਸਟ ਦਾ, ਸੈਕਿੰਡ ਵਾਲਾ ਸੈਕਿੰਡ ਐਂਡ ਥਰਡ ਵਾਲਾ ਥਰਡ ਦਾ। ਤਾਂ ਤੁਸੀਂ ਇਹ ਰਾਈਟਿੰਗ ਟਾਸਕ ਦੇ ਵਿੱਚ ਵੀ ਇਹ ਟਰਮ ਯੂਜ਼ ਕਰ ਸਕਦੇ ਆ। In their quest for a better life, these mega cities conurbation with an estimated population of more than 10 million people are springing up in every continent. Now teeming with humanity, they are hungry for one increasingly valuable resource, land। ਤਾਂ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ, ਪਾਪੂਲੇਸ਼ਨ 10 ਮਿਲੀਅਨ ਪੀਪਲ ਜਿਹੜੇ ਹੈਗੇ ਆ, ਉਹ ਜਾ ਰਹੇ ਮਤਲਬ ਜਾਂਦੇ ਹੈਗੇ ਆ ਨਾਓ ਟੀਮਿੰਗ। ਤਾਂ ਉਹ ਜਿਹੜੇ ਸਾਰੇ ਕਾਹਦੇ ਆ, ਮਤਲਬ ਕਿ ਉਹਨਾਂ ਨੂੰ ਲੋੜ ਹੈਗੀ ਹੈ ਵੈਲਿਊਏਬਲ ਰਿਸੋਰਸ ਦੀ। ਉਹ ਵੈਲਿਊਏਬਲ ਰਿਸੋਰਸ ਕੀ ਹੈ, ਲੈਂਡ, ਸਪੇਸ, ਠੀਕ ਆ। ਤਾਂ ਜਦੋਂ ਹੁਣ ਮਤਲਬ ਕਿ ਲੋਕ ਵੱਧਦੇ ਜਾ ਰਹੇ ਆ ਸ਼ਹਿਰਾਂ ਵਿੱਚ, ਤਾਂ ਫਿਰ ਉਹਨਾਂ ਨੂੰ ਕਾਹਦੀ ਲੋੜ ਹੋਊਗੀ, ਮਤਲਬ ਜ਼ਮੀਨ ਦੀ ਲੋੜ ਹੈਗੀ ਉਹਨਾਂ ਨੂੰ। ਤਾਂ ਅੱਗੇ ਆਪਾਂ ਪੜ੍ਹਦੇ ਹਾਂ। While development in agriculture technology ensure humanity may be able by and large to feed the people flocking to these great metropolis, and the expansion of human races fueling an untamed appetite for real public use।
ਤਾਂ ਉਹਨਾਂ ਨੇ ਆਪਾਂ ਨੂੰ ਦੱਸ ਦਿੱਤਾ ਹੈਗਾ ਕਿ ਜਦੋਂ ਐਗਰੀਕਲਚਰ ਦੀ ਟੈਕਨੋਲੋਜੀ ਉਹਦੇ ਨਾਲ ਹੈ ਨਾ ਮਤਲਬ ਕਿ ਲੋਕ ਏਬਲ ਤਾਂ ਹੋ ਗਏ ਆ ਮਤਲਬ ਫੀਡ ਹੋਣ ਦੇ, whether it is be personal or public use, corporate or national, human or flora fauna। ਉਹ ਕਹਿੰਦੇ ਕੋਈ ਪਰਸਨਲ ਆ ਚਾਹੇ ਉਹ ਪਬਲਿਕ ਯੂਜ਼ ਆ ਹੈ ਨਾ ਲੈਂਡ ਦਾ, ਚਾਹੇ ਉਹ ਨੈਸ਼ਨਲ ਆ ਹੈ ਨਾ ਕਾਰਪੋਰੇਟ ਆ, ਹਿਊਮਨ ਲਈ ਆ ਜਾਂ ਫਲੋਰਾ ਫੋਨਾ ਲਈ ਇਜ਼ ਨਾਓ ਐਟ ਅ ਪ੍ਰੀਮੀਅਮ ਐਜ਼ ਵੀ ਮੂਵ ਇਨਟੂ ਨਿਊ ਸੈਂਚੁਰੀ। ਤਾਂ ਇਹ ਇੱਕ ਲੋੜ ਬਣ ਚੁੱਕੀ ਹੈਗੀ ਹੈ ਜਦੋਂ ਕਿ ਆਪਾਂ ਨਿਊ ਸੈਂਚੁਰੀ ਦੇ ਵਿੱਚ ਮੂਵ ਕਰ ਰਹੇ ਹਾਂ। ਨਾਟ ਓਨਲੀ ਇਜ਼ ਮੋਰ ਲੈਂਡ ਰਿਕੁਆਇਰਡ ਫॉर ਅਕੋਮੋਡੇਸ਼ਨ, ਅਤੇ ਇਕੱਲੇ ਜਿਹੜੇ ਅਕੋਮੋਡੇਸ਼ਨ ਜਾਣੀ ਕਿ ਰਹਿਣ ਸਹਿਣ ਲਈ ਹੀ ਲੋੜ ਨਹੀਂ ਮਤਲਬ ਕਿ ਲੈਂਡ ਦੀ ਜ਼ਰੂਰਤ, ਬਟ ਆਲਸੋ ਫॉर ਅ ਵਾਈਡ ਰੇਂਜ ਆਫ ਇੰਫਰਾਸਟਰਕਚਰ ਫੈਸਿਲਿਟੀਜ਼। ਤਾਂ ਹੋਰ ਵੀ ਕਈ ਜਿਹੜੀਆਂ ਫੈਸਿਲਿਟੀਜ਼ ਹੈਗੀਆਂ ਉਹਨਾਂ ਲਈ ਵੀ ਇਹਦੀ ਲੋੜ ਹੈਗੀ ਆ। ਟਰਾਂਸਪੋਰਟ ਸਿਸਟਮ ਇੰਕਲੂਡਿੰਗ ਰੋਡਸ ਵਿਦਿਨ ਐਂਡ ਬਿਟਵੀਨ ਸਿਟੀਜ਼ ਨੀਡ ਟੂ ਬੀ ਕੰਸਟਰਕਟਡ ਔਰ ਅਪਗ੍ਰੇਡਡ ਟੂ ਕ੍ਰੀਏਟ ਮੋਟਰਵੇਜ਼। ਤਾਂ ਠੀਕ ਆ, ਆਪਣੀ ਟਰਾਂਸਪੋਰਟ ਲਈ ਵੀ ਚਾਹੀਦੀ ਹੈਗੀ ਆ। ਗ੍ਰੀਨ ਫੀਲਡਸ ਆਰ ਟਰਨ ਇਨਟੂ ਏਅਰਪੋਰਟਸ। ਤਾਂ ਜਿਹੜੇ ਗ੍ਰੀਨ ਫੀਲਡ ਸੀਗੇ ਖੇਤ ਸੀਗੇ ਉਹ ਕਾਹਦੇ ਵਿੱਚ ਹੋ ਰਹੇ ਟਰਨ ਅੱਜ ਕੱਲ੍ਹ ਏਅਰਪੋਰਟਸ ਵਿੱਚ। ਐਂਡ ਵਰਜਿਨ ਫੋਰੈਸਟ ਇਜ਼ ਸਕਿਪ ਟੂ ਪ੍ਰੋਵਾਈਡ ਫੂਡ ਐਂਡ ਫਾਇਰਵੁੱਡ। ਜਿਹੜੇ ਫੋਰੈਸਟ ਉਹ ਨਸ਼ਟ ਹੋ ਰਹੇ ਆ ਤਾਂ ਫੂਡ ਅਤੇ ਫਾਇਰਵੁੱਡ ਪ੍ਰੋਵਾਈਡ ਕਰਾਉਣ ਦੇ ਚੱਕਰ 'ਚ ਇਨ ਪੂਅਰ ਰੀਜਨ ਦਿਸ ਨਿਊਲੀ ਐਕਸਪੋਰਟ ਲੈਂਡ ਬਿਕਮ ਡੈਜ਼ਰਟ ਕੰਪਲੀਟਿੰਗ ਦਾ ਸਾਈਲ ਆਫ ਡਿਸਟਰਕਸ਼ਨ। ਤਾਂ ਜਿਹੜਾ ਸਾਈਕਲ ਮਤਲਬ ਡਿਸਟਰਕਸ਼ਨ ਹੋ ਰਿਹਾ ਵਾ ਉਹਦਾ ਜਿਹੜਾ ਸਾਈਕਲ ਕੰਪਲੀਟ ਕਰਦੇ ਜਿਹੜੇ ਫੋਰੈਸਟ ਆ ਹੈ ਨਾ ਉਹ ਫੂਡ ਦਿੰਦੇ ਆ, ਫਾਇਰਵੁੱਡ ਦਿੰਦੇ ਹੈਗੇ ਆਪਾਂ ਨੂੰ। ਤਾਂ ਜਿਹੜੇ ਫੀਲਡਸ ਆ ਉਹ ਵੀ ਟਰਨ ਹੋਈ ਜਾਂਦੇ, ਜਾਣੀ ਕਿ ਜੇ ਜ਼ਮੀਨ ਹੈਗੀ ਆ ਗ੍ਰੀਨਰੀ ਸਾਰੀ ਜਿਹੜੀ ਖਤਮ ਹੋ ਰਹੀ ਹੈ ਤਾਂ ਹੋਰ ਮਤਲਬ ਕਿ ਫੈਸਿਲਿਟੀਜ਼ ਦੇ ਵਿੱਚ ਬਦਲੀ ਜਾ ਰਹੀ ਹੈ। ਠੀਕ ਆ, ਤਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿ ਆਪਾਂ ਕੀ ਪੜ੍ਹਿਆ ਹੈਗਾ ਗਾ। ਹੁਣ ਮੈਚ ਕਰਦੇ ਹੈਗੇ ਆਪਾਂ। ਤਾਂ ਦੇਖੋ ਇੱਥੇ ਆਪਣਾ ਜਿਹੜਾ ਟ੍ਰਿਕ ਚੱਲਦੀ ਹੈਗੀ ਹੈ, ਹਾਊ ਟੂ ਪ੍ਰੋਬਲਮ ਆਫ ਲੈਂਡ ਸਕਾਰਸਿਟੀ ਹੈਜ਼ ਬੀਨ ਓਵਰਕਮ। ਤਾਂ ਕੋਈ ਸੋਲਿਊਸ਼ਨ ਦੱਸਿਆ ਉਹਨਾਂ ਨੇ ਓਵਰਕਮ ਕਰਨ ਦਾ, ਵੀ ਸਕਾਰਸਿਟੀ ਜਿਹੜੀ ਲੈਂਡ ਦੀ ਉਹਨੂੰ ਓਵਰਕਮ ਨਹੀਂ, ਸੋ ਉਹਨਾਂ ਨੇ ਤਾਂ ਆਪਾਂ ਨੂੰ ਦੱਸਿਆ ਵੀ ਕਿੱਦਾਂ ਹੋ ਰਹੀ ਆ ਹੈ ਨਾ। ਵੇਰੀਅਸ ਪ੍ਰੈਡਿਕਸ਼ਨ, ਫਿਊਚਰ ਦੀ ਕੋਈ ਗੱਲ ਨਹੀਂ ਹੋਈ, ਠੀਕ ਹੈ, ਜਿਹੜੀ ਪ੍ਰੈਡਿਕਸ਼ਨ ਆਪਾਂ ਨੂੰ ਦਿੱਤੀ ਹੋਵੇ। ਨੋ ਦਾ ਇਫੈਕਟ ਆਫ ਪਾਪੂਲੇਸ਼ਨ ਗਰੋਥ ਔਨ ਲੈਂਡ ਅਵੇਲੇਬਿਲਿਟੀ। ਤਾਂ ਜਿਹੜੀ ਅਵੇਲੇਬਲ ਲੈਂਡ ਹੈਗੀ ਆ ਹੈ ਨਾ ਮਤਲਬ ਕਿ ਉਹ ਕਹਿੰਦੇ ਸੀ ਗ੍ਰੀਨ ਫੀਲਡ ਆ ਜਾਂ ਕੁਛ ਵੀ ਹੈਗੀ ਆ, ਤਾਂ ਉਹਦੇ ਉੱਤੇ ਕੀ ਇਫੈਕਟ ਪੈ ਰਿਹਾ। ਤਾਂ ਉਹ ਇਫੈਕਟ ਹੀ ਆਪਾਂ ਨੂੰ ਸਾਰੇ ਦੱਸੇ। ਕੋਈ ਏਅਰਪੋਰਟ ਬਣ ਰਿਹਾ ਹੈਗਾ ਹੈ ਨਾ, ਤਾਂ ਜਾਣੀ ਕਿ ਟਰਾਂਸਪੋਰਟ ਲਈ ਰੋਡਸ ਬਣਾਏ ਜਾ ਰਹੇ ਆ, ਅਕੋਮੋਡੇਸ਼ਨ ਲਈ ਹੈ ਨਾ, ਅਤੇ ਹੋਰ ਕਈ ਫੈਸਿਲਿਟੀਜ਼ ਲਈ ਜਿਹੜੀ ਯੂਜ਼ ਕੀਤੀ ਜਾਂਦੀ ਆ। ਤਾਂ ਪਾਪੂਲੇਸ਼ਨ ਦਾ ਜਿਹੜਾ ਉਹਦੇ 'ਤੇ ਮਤਲਬ ਕਿ ਇਫੈਕਟ ਹੈਗਾ ਗਾ ਹੈ ਨਾ। ਤਾਂ ਆਨਸਰ ਆਪਣਾ ਕੀ ਬਣਦਾ, ਥਰਡ। ਤਾਂ ਇਹਨੂੰ ਆਪਾਂ ਇੱਕ ਵਾਰੀ ਹੋਲਡ ਕਰ ਲਈਏ, ਆਪਾਂ ਹੋਰ ਜਿਹੜੇ ਮੈਚ ਕਰਕੇ ਦੇਖ ਲੈਂਦੇ ਹੁੰਦੇ। ਦਾ ਇੰਪੋਰਟੈਂਸ ਆਫ ਨਿਊ ਬ੍ਰਿਟਿਸ਼ ਲਾਇਬ੍ਰੇਰੀ ਦੀ ਕੋਈ ਗੱਲ ਨਹੀਂ ਹੋਈ, ਠੀਕ ਆ। ਡਿਸਕ੍ਰਿਪਸ਼ਨ ਆਫ ਅ ਮੇਗਾ ਸਿਟੀ। ਤਾਂ ਮੇਗਾ ਸਿਟੀ ਦੀ ਕੋਈ ਮਤਲਬ ਇੱਕ ਸਿਟੀ ਦੀ ਕੋਈ ਗੱਲ ਕੀਤੀ ਹੋਵੇ ਨਹੀਂ ਹੈ ਨਾ। ਅ ਫਰਮ ਬਲੀਵ ਦੈਟ ਹਿਊਮਨ ਹੈਬੀਟੇਸ਼ਨ ਆਫ ਆਊਟਰ ਸਪੇਸ ਵਿਲ। ਤਾਂ ਇੱਕ ਮਤਲਬ ਪੱਕਾ ਬਲੀਵ ਆ ਕਿ ਜਿਹੜੀ ਹਿਊਮਨ ਦੀ ਹੈਬੀਟੇਸ਼ਨ ਆ ਉਹ ਮਤਲਬ ਕਿ ਰਹਿਣ ਸਹਿਣ ਹੈ ਨਾ ਆਊਟਰ ਸਪੇਸ ਹੋਏਗਾ ਨਹੀਂ, ਇਹਦੀ ਵੀ ਕੋਈ ਗੱਲ ਨਹੀਂ ਕੀਤੀ। ਤਾਂ ਇੰਪੋਰਟੈਂਸ ਆਫ ਹੈਵਿੰਗ ਐਨ ਇੰਟਰਨੈਸ਼ਨਲ ਸਪੇਸ ਸਟੇਸ਼ਨ। ਤਾਂ ਸਪੇਸ ਸਟੇਸ਼ਨ ਦੀ ਕੋਈ ਗੱਲ ਨਹੀਂ ਹੋਈ। ਤਾਂ ਆਪਣਾ ਜਿਹੜਾ ਆਨਸਰ ਇੱਕ ਥਰਡ ਹੀ ਮੈਚ ਕਰਦਾ, ਤਾਂ ਆਪਣਾ ਉਹੀ ਮੈਚ ਕਰੇਗਾ ਜਿਹੜਾ ਆਨਸਰ ਹੋਏਗਾ। ਸੋ ਆਪਣੇ ਕੋਲ ਫਸਟ ਦਾ ਆਨਸਰ ਆ ਗਿਆ ਥਰਡ, ਠੀਕ ਆ। ਤਾਂ ਹੁਣ ਆਪਣੇ ਕੋਲ ਆ ਗਿਆ ਸੈਕਸ਼ਨ ਸੀ, ਤਾਂ ਆਪਾਂ ਮੂਵ ਕਰਦੇ ਹਾਂ ਸੈਕਸ਼ਨ ਸੀ ਲਈ, ਠੀਕ ਆ। ਦੇਖਦੇ ਹਾਂ hitherto the most common practice for the utilization of expensive space for living and working has been to build upwards, ਠੀਕ ਆ। ਤਾਂ ਮਤਲਬ ਕਿ ਜਿਹੜੀ ਸਪੇਸ ਹੈਗੀ ਆ ਉਹ ਐਕਸਪੈਂਸਿਵ ਆ ਰਹਿਣ ਲਈ ਵੀ ਅਤੇ ਵਰਕਿੰਗ ਲਈ ਵੀ, ਠੀਕ ਆ। ਤਾਂ ਉਹਨੂੰ ਹੈਜ਼ ਬੀਨ ਜਿਹੜੀ ਬੁਲਟ ਅਵਰਡ ਕੀਤੀ ਜਾਂਦੀ ਹੈਗੀ ਆ। ਹੈਂਸ ਦ ਡਿਮਾਂਡ ਫॉर ਐਵਰ ਹਾਇਰ ਬਿਲਡਿੰਗਸ ਬੋਥ ਅਪਾਰਟਮੈਂਟਸ ਐਂਡ ਕਮਰਸ਼ੀਅਲ ਇਨ ਮੇਜਰ ਸਿਟੀਜ਼ ਲਾਈਕ ਨਿਊਯਾਰਕ, ਸੰਘਾਈ, ਸਿੰਗਾਪੁਰ ਆਲ ਵੇਇੰਗ ਵਿਦ ਈਚ ਅਦਰ ਫॉर ਦ ਟਾਲੈਸਟ ਬਿਲਡਿੰਗ। ਤਾਂ ਜਿਹੜੀਆਂ ਮਤਲਬ ਕਿ ਉਹ ਕਹਿੰਦੇ ਲੋੜ ਹੈਗੀ ਆ ਹਾਇਰ ਬਿਲਡਿੰਗਸ ਦੀ, ਅਪਾਰਟਮੈਂਟ ਲਈ ਅਤੇ ਕਮਰਸ਼ੀਅਲ ਲਈ, ਠੀਕ ਆ। ਬਿਜ਼ਨਸ ਲਈ ਵੀ ਜ਼ਰੂਰੀ ਆ ਹੈ ਨਾ। ਉਹਨਾਂ ਨੇ ਉਹ ਦੱਸਿਆ ਹੈਗਾ ਵੀ ਵੱਡੀਆਂ ਜਿਹੜੀਆਂ ਸਿਟੀਜ਼ ਹੈਗੀਆਂ ਵਾ, ਤਾਂ ਐਗਜ਼ਾਮਪਲ ਵੀ ਦਿੱਤੀ ਸਿਟੀਜ਼ ਦੀ। ਦੇਰ ਹੈਜ਼ ਆਲਸੋ ਬੀਨ ਅ ਟਰਡੀਸ਼ਨ ਫॉर ਬਿਲਡਿੰਗ ਅੰਡਰਗਰਾਊਂਡ। ਤਾਂ ਇੱਕ ਟਰਡੀਸ਼ਨ ਆ ਹੈਜ਼ ਆਲਸੋ ਬੀਨ, ਤਾਂ ਆਪਾਂ ਨੂੰ ਪਤਾ ਲੱਗ ਗਿਆ ਹੈਜ਼ ਆਲਸੋ ਬੀਨ ਦਾ ਵੀ ਜਿਹੜੀਆਂ ਚੱਲ ਰਿਹਾ ਟਰੈਂਡ ਹੋ ਵੀ ਚੁੱਕਿਆ, ਚੱਲ ਵੀ ਰਿਹਾ, ਠੀਕ ਆ। ਬਿਲਡਿੰਗ ਅੰਡਰਗਰਾਊਂਡ ਨੋਟ ਜਸਟ ਫॉर ਟਰਾਂਸਪੋਰਟ ਸਿਸਟਮ ਬਟ ਫॉर ਦਾ ਸਟੋਰੇਜ ਆਫ ਵੇਸਟ। ਤਾਂ ਜਿਹੜੇ ਉਹ ਕਹਿੰਦੇ ਮਤਲਬ ਵੇਸਟ ਦੀ ਵੀ ਸਟੋਰੇਜ ਕਰਦੇ ਆ, ਬੁੱਕ ਹੋਰ ਵੀ ਕੋਈ ਵੀ ਹੈ ਨਾ ਜਿਹੜੇ ਵੀ ਜੋ ਵੀ ਥਿੰਗਸ ਹੁੰਦੀਆਂ ਵੇਸਟ ਦੇ ਵਿੱਚ ਉਹਨਾਂ ਦੀ ਜਿਹੜੀ ਮਤਲਬ ਕਿ ਉਹਨਾਂ ਨੂੰ ਸਟੋਰ ਕਰਨ ਲਈ ਟਰਾਂਸਪੋਰਟ ਸਿਸਟਮ ਲਈ ਤਾਂ ਇਹ ਯੂਜ਼ ਕੀਤਾ ਜਾਂਦਾ। ਐਜ਼ ਇਨ ਲੰਡਨ ਵੇਅਰ ਦ ਬ੍ਰਿਟਿਸ਼ ਲਾਇਬ੍ਰੇਰੀ ਹਾਊਸਿੰਗ ਮਿਲੀਅਨ ਆਫ ਬੁੱਕਸ ਹੈਜ਼ ਬੀਨ ਬੁਲਟ ਲਾਰਜਲੀ ਅੰਡਰਗਰਾਊਂਡ। ਤਾਂ ਉਹ ਅੰਡਰਗਰਾਊਂਡ ਦੇ ਵਿੱਚ ਜਿਹੜੀਆਂ ਕੀਤੀਆਂ, ਜਦੋਂ ਡਿਮਾਂਡ ਵੱਧ ਗਈ ਵੀ ਮਤਲਬ ਉਹ ਚਾਹੀਦੀ ਹੈਗੀ ਸਪੇਸ ਜ਼ਿਆਦਾ ਚਾਹੀਦੀ ਹੈ, ਤਾਂ ਫਿਰ ਉਹਨਾਂ ਨੇ ਕੀ ਕੀਤਾ ਜਿਹੜੀ ਲਾਇਬ੍ਰੇਰੀ ਵੀ ਨੀਚੇ ਬਣਾਉਣ ਲੱਗ ਗਏ ਹੈ ਨਾ ਜ਼ਮੀਨ ਦੇ। ਤਾਂ ਟਰਾਂਸਪੋਰਟ ਸਿਸਟਮ ਲਈ ਵੀ ਅਤੇ ਵੇਸਟ ਨੂੰ ਜਾਣੀ ਕਿ ਸਟੋਰ ਕਰਨ ਲਈ ਵੀ, ਤਾਂ ਉਹਨਾਂ ਨੇ ਜਿਹੜੇ ਨੀਚੇ ਬਿਲਡਿੰਗਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।
ਰੀਸੈਂਟ ਈਅਰ ਹੈਵ ਸੀਨ ਮੋਰ ਨੋਵਲ ਕੰਸਟਰਕਸ਼ਨ ਡਿਵੈਲਪਮੈਂਟ ਅਰਾਊਂਡ ਦਾ ਵਰਲਡ। ਠੀਕ ਆ, ਤਾਂ ਬਹੁਤ ਜਿਹੜੀਆਂ ਨੋਵਲ ਕੰਸਟਰਕਸ਼ਨ ਹੋ ਗਈਆਂ ਡਿਵੈਲਪਮੈਂਟ ਸਾਰੇ ਵਰਲਡਸ ਦੇ ਵਿੱਚ ਇਨ ਦਾ ਪਾਸਟ ਇਨ ਮੈਨੀ ਕੰਟਰੀਜ਼। ਤਾਂ ਹੁਣ ਪਾਸ ਦੀ ਗੱਲ ਕੀਤੀ ਉਹ ਕਹਿੰਦੇ ਮੈਨੀ ਕੰਟਰੀਜ਼ ਜਿਹੜੇ ਹਾਲੈਂਡ ਐਂਡ ਯੂਕੇ ਇੰਕਲੂਡਡ, ਯੂਕੇ ਵੀ ਇਹਦੇ ਵਿੱਚ ਹੈਗਾ ਗਾ, ਮਾਰਸ ਐਂਡ ਫਲੂਟਪੈਂਸ ਹੈਵ ਬੀਨ ਰਿਕਲੇਮਡ ਫਰੋਮ ਦਾ ਸੀਆ। ਤਾਂ ਠੀਕ ਆ, ਜਿਹੜੇ ਸੀਆ ਦੇ ਨੇੜੇ ਹੋ ਰਹੇ ਲਾਈਕ ਦ ਸਿਟੀ ਆਫ ਵੈਨੀ ਇਨ ਇਟਲੀ, ਹਾਊਸਿੰਗ ਕੰਪਲੈਕਸ ਐਂਡ ਈਵਨ ਏਅਰਪੋਰਟਸ ਹੈਵ ਨਾਓ ਬੀਨ ਕੰਸਟਰਕਟਡ ਆਫ ਸ਼ੋਰ ਟੂ ਅਮੇਜ਼ਿੰਗ ਇਫੈਕਟਸ। ਠੀਕ ਆ, ਤੇ ਜਿਹੜੇ ਸੀਆ ਲੈਵਲ ਦੇ ਕੋਲੇ ਵੀ ਜਿਹੜੇ ਮਤਲਬ ਕੀਤੇ ਜਾ ਰਹੇ ਸੀਗੇ ਜਾਣੀ ਕਿ ਹਾਊਸਾਂ ਨੂੰ ਉੱਥੇ ਬਣਾਉਣਾ, ਹਾਊਸ ਕੰਪਲੈਕਸ ਜਿਹੜੇ ਉੱਥੇ ਬਣਾਉਣਾ ਸ਼ੁਰੂ ਕਰੇ। ਇਨ ਜਾਪਾਨ ਕੰਸਾਈ ਇੰਟਰਨੈਸ਼ਨਲ ਏਅਰਪੋਰਟ ਹੈਜ਼ ਬੀਨ ਬਿਲਟ ਆਫ ਸ਼ੋਰ ਔਨ ਅ ਮੈਨ ਮੇਡ ਆਈਲੈਂਡ ਐਟ ਵਾਸਟ ਐਕਸਪੈਂਸਿਵ। And in Dubai, a very imaginative and expensive housing complex in the shape of palm tree। ਤਾਂ ਉੱਥੇ ਵੀ ਇੱਕ ਹਾਊਸ ਹੈ ਜਿਹੜਾ ਦੁਬਈ ਦੇ ਵਿੱਚ ਉਹ ਪਾਮ ਟਰੀ ਦੀ ਸ਼ੇਪ ਦੇ ਵਿੱਚ ਹੈਗਾ ਗਾ, ਬੀਇੰਗ ਬਿਲਡ ਜਸਟ ਆਫ ਦਾ ਕਾਸਟ ਔਨ ਲੈਂਡ ਕ੍ਰੀਏਟਡ ਬਾਈ ਦਾ ਕੰਸਟਰਕਸ਼ਨ ਕੰਪਨੀ। ਤਾਂ ਠੀਕ ਹੈ, ਉਹਨਾਂ ਨੇ ਦੱਸਿਆ ਉਹਦੀ ਲੋਕੇਸ਼ਨ ਕੀਤੀ। ਹਾਊ ਐਵਰ ਦੀਜ਼ ਐਂਡ ਅਦਰ ਡਿਵੈਲਪਮੈਂਟਸ ਆਰ ਐਟ ਦ ਰਿਸਕ ਫਰੋਮ ਰੀਜ਼ਿੰਗ ਸੀਆ ਲੈਵਲਸ ਐਂਡ ਕੌਨਸੀਕੁਐਂਟ ਆਫ ਗਲੋਬਲ ਵਾਰਮਿੰਗ। ਤਾਂ ਉਹ ਕਹਿੰਦੇ ਇਹਨਾਂ ਨੂੰ ਖਤਰਾ ਵੀ ਹੈਗਾ ਗਾ। ਜਿਹੜਾ ਪਾਸ ਦੇ ਵਿੱਚ ਉਹਨਾਂ ਨੇ ਮਤਲਬ ਕਿ ਤਰੀਕਾ ਲੱਭਿਆ ਸੀ ਨਾ ਜਿਹੜੀ ਸਕਾਰਸਿਟੀ ਸੀਗੀ ਲੈਂਡ ਦੀ, ਤਾਂ ਉਹਨਾਂ ਲਈ ਉਹਨਾਂ ਨੇ ਕੀ ਕੀਤਾ, ਜਿਹੜਾ ਸੀਆ ਲੈਵਲ ਦੇ ਨੇੜੇ ਬਣਾਉਣੇ ਸ਼ੁਰੂ ਕਰ ਦਿੱਤੇ ਹੈ ਨਾ ਕੰਪਲੈਕਸ, ਹਾਊਸ ਕੰਪਲੈਕਸ। ਤਾਂ ਉਹ ਕਹਿੰਦੇ ਵੀ ਜਦੋਂ ਮਤਲਬ ਕਿ ਸੀਆ ਲੈਵਲ ਦਾ ਰਾਈਜ਼ ਹੋਊਗਾ ਹੈ ਨਾ, ਉਦੋਂ ਵੀ ਉਹ ਰਿਸਕ ਦੇ ਵਿੱਚ ਉਹ ਘਰ ਹੈ ਨਾ, ਤਾਂ ਉਹ ਜਦੋਂ ਗਲੋਬਲ ਵਾਰਮਿੰਗ ਹੋਊਗੀ ਤਾਂ ਉਦੋਂ ਵੀ, ਜਦੋਂ ਮਤਲਬ ਕਹਿੰਦੇ ਗਲੋਬਲ ਵਾਰਮਿੰਗ ਹੋਊਗੀ ਤਾਂ ਜਿਹੜਾ ਸੀਆ ਲੈਵਲ ਇਨਕਰੀਜ਼ ਹੋਊਗਾ ਅਤੇ ਇਹਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਰਿਸਕ ਹੈਗਾ ਗਾ। ਤਾਂ ਆਪਾਂ ਹੁਣ ਇਹ ਪੜ੍ਹ ਲਿਆ, ਤਾਂ ਹੁਣ ਆਪਾਂ ਮੈਚ ਕਰਦੇ ਹਾਂ। ਦੇਖੋ ਆਪਣਾ ਥਰਡ ਹੋ ਗਿਆ ਸੀਗਾ ਹੈ ਨਾ, ਇਹਨੂੰ ਵੀ ਆਪਾਂ ਕੱਟ ਦਾਂਗੇ ਅਤੇ ਆਪਣਾ ਜਿਹੜਾ ਫਿਫਥ ਆਲਰੇਡੀ ਦਿੱਤਾ ਹੋਇਆ ਸੀਗਾ। ਤਾਂ ਹੁਣ ਆਪਾਂ ਦੇਖਦੇ ਹਾਂ, ਨੀਚੇ ਚੱਲਦੇ ਆਪਾਂ। ਦ ਇੰਪੋਰਟੈਂਸ ਆਫ ਹੈਵਿੰਗ ਐਨ ਇੰਟਰਨੈਸ਼ਨਲ ਸਪੇਸ ਸਟੇਸ਼ਨ। ਤਾਂ ਆਪਣੇ ਕੋਲ ਸਟੇਸ਼ਨ ਦੀ ਕੋਈ ਗੱਲ ਨਹੀਂ ਹੋਈ ਇੰਟਰਨੈਸ਼ਨਲ ਦੀ, ਤਾਂ ਆਪਾਂ ਇਹਨੂੰ ਬਿਲਕੁਲ ਨਹੀਂ ਕਰਾਂਗੇ। ਤਾਂ ਆਊਟਰ ਸਪੇਸ ਦੀ ਵੀ ਕੋਈ ਗੱਲ ਨਹੀਂ ਕੀਤੀ, ਤਾਂ ਆਪਣਾ ਸਹਿਮਤ ਵੀ ਨਹੀਂ ਬਣਦਾ। ਡਿਸਕ੍ਰਿਪਸ਼ਨ ਆਫ ਮੈਗਾ ਸਿਟੀ। ਤਾਂ ਆਪਾਂ ਨੇ ਇੱਕ ਸਿਟੀ ਦੀ ਕੋਈ ਡਿਸਕ੍ਰਿਪਸ਼ਨ ਦਿੱਤੀ ਹੈ ਨਹੀਂ, ਆਪਾਂ ਨੇ ਤਾਂ ਕਿੰਨੀਆਂ ਸਿਟੀਜ਼ ਦੀ ਗੱਲ ਕੀਤੀ ਹੈ, ਤਾਂ ਆਪਣਾ ਆਨਸਰ ਇਹ ਵੀ ਨਹੀਂ ਹੋ ਸਕਦਾ। ਠੀਕ ਆ, ਦ ਇੰਪੋਰਟੈਂਸ ਆਫ ਨਿਊ ਬ੍ਰਿਟਿਸ਼ ਲਾਇਬ੍ਰੇਰੀ। ਹੁਣ ਬਹੁਤ ਸਾਰੇ ਬੱਚੇ ਇਸ ਨੂੰ ਆਨਸਰ ਮੰਨਣਗੇ ਵੀ ਹਾਂ ਜਿਹੜੀ ਇੰਪੋਰਟੈਂਸ ਦੱਸੀ ਆ, ਬਟ ਨਹੀਂ, ਆਪਾਂ ਨੂੰ ਤਾਂ ਉਹਨਾਂ ਨੇ ਇੱਕ ਹੀ ਲਾਈਨ ਵਿੱਚ ਦੱਸਿਆ ਸੀਗਾ ਵੀ ਬ੍ਰਿਟਿਸ਼ ਲਾਇਬ੍ਰੇਰੀ ਵੀ ਮਤਲਬ ਕਿ ਨੀਚੇ ਬਣੀ ਹੈਗੀ ਆ ਹੈ ਨਾ, ਅਤੇ ਹੋਰ ਇਹਦੀ ਕੋਈ ਗੱਲ ਨਹੀਂ ਹੋਈ ਸੀ। ਐਂ ਥੋੜ੍ਹੀ ਦੱਸਿਆ, ਕੋਈ ਇੰਪੋਰਟੈਂਸ ਨਹੀਂ ਦੱਸੀ ਸੀਗੀ ਵੀ ਹੈ ਨਾ ਇਹ ਇਸ ਚੀਜ਼ ਲਈ ਜ਼ਰੂਰੀ ਆ। ਬਾਕੀ ਤਾਂ ਆਪਾਂ ਨੂੰ ਪਾਸਟ ਬਾਰੇ ਗੱਲ ਦੱਸੀ ਸੀਗੀ, ਤਾਂ ਆਪਣੇ ਕੋਲ ਇਹ ਵੀ ਨਹੀਂ ਹੈਗਾ ਗਾ। ਤਾਂ ਥਰਡ ਆਪਣਾ ਜਿਹੜਾ ਹੈਗਾ ਗਾ ਆਲਰੇਡੀ ਹੋਇਆ ਹੈਗਾ ਗਾ। ਤਾਂ ਆਪਣੇ ਕੋਲ ਜਿਹੜਾ ਅੱਗੇ ਇੱਕ ਮਿੰਟ, ਆਪਣੇ ਕੋਲ ਨਾ ਜਿਹੜਾ ਸੈਕਿੰਡ ਹੋ ਗਿਆ, ਤਾਂ ਉਹ ਆਪਣੇ ਕੋਲ ਟੱਚ ਹੋ ਗਿਆ। ਹੁੰਦੇ ਨੇ ਵੈਰੀਜ਼ ਪ੍ਰੈਡਿਕਸ਼ਨ ਅਬਾਊਟ ਫਿਊਚਰ ਸੋਲਿਊਸ਼ਨ ਟੂ ਲੈਕ ਆਫ ਸਪੇਸ। ਆਪਾਂ ਥਰਡ ਕੱਟਣਾ ਸੀ, ਸੈਕਿੰਡ ਕੱਟ ਦਿੱਤਾ ਸੀ। ਤਾਂ ਕੋਈ ਫਿਊਚਰ ਦੀ ਪ੍ਰੈਡਿਕਸ਼ਨ ਬਾਰੇ ਆਪਾਂ ਨੂੰ ਕੋਈ ਗੱਲ ਨਹੀਂ ਹੋਈ, ਉਹ ਇਹਦੇ ਉਲਟ ਗੱਲ ਹੋ ਰਹੀ ਸੀਗੀ, ਪਾਸ ਦੀ ਗੱਲ ਹੋ ਰਹੀ ਸੀ, ਫਿਊਚਰ ਦੀ ਨਹੀਂ। ਤਾਂ ਆਪਣੇ ਕੋਲ ਲਾਸਟ ਇੱਕ ਬਚਿਆ, ਆਪਾਂ ਨੂੰ ਪਤਾ ਲੱਗ ਜਿਹੜਾ ਆਨਸਰ ਇਹੀ ਆ। ਆਪਾਂ ਦੇਖਦੇ ਹਾਂ ਕਿੱਦਾਂ। ਹਾਊ ਦਾ ਪ੍ਰੋਬਲਮ ਆਫ ਲੈਂਡ ਸਕਾਰਸਿਟੀ ਹੈਜ਼ ਬੀਨ ਓਵਰਕਮ ਇਨ ਦਾ ਪਾਸਟ। ਤਾਂ ਜਿਹੜੀ ਕਿਵੇਂ ਜਿਹੜੀ ਲੈਂਡ ਦੀ ਸਕਾਰਸਿਟੀ ਦੀ ਪ੍ਰੋਬਲਮ ਸੀਗੀ ਉਹ ਕਿੱਦਾਂ ਹੱਲ ਕੀਤੀ ਗਈ ਸੀ ਪਾਸਟ ਵਿੱਚ। ਤਾਂ ਆਪਾਂ ਨੂੰ ਦੱਸਿਆ ਸੀ ਦੁਬਈ ਦਾ ਵੀ, ਜਾਪਾਨ ਦਾ ਵੀ ਕਿੱਦਾਂ ਹੱਲ ਕੀਤੀ ਗਈ ਸੀ। ਠੀਕ ਆ, ਤਾਂ ਜਿਹੜਾ ਆਪਣਾ ਆਨਸਰ ਬਣਿਆ ਫਸਟ। ਤਾਂ ਅੱਗੇ ਹੁਣ ਆਪਾਂ ਗੱਲ ਕਰਦੇ ਹਾਂ ਸੈਕਸ਼ਨ ਡੀ ਦੀ। ਦੇਖੋ, ਬਟ ਵੇਅਰ ਵਿਲ ਦਾ ਹਿਊਮਨ ਰੇਸ ਗੋ ਵਿਨ ਪਲੈਨਟ ਅਰਥ ਇਜ਼ ਫੁੱਲ। ਤਾਂ ਉਹ ਕਹਿੰਦੇ ਜਿਹੜੀ ਹਿਊਮਨ ਦੀ ਮਤਲਬ ਪਾਪੂਲੇਸ਼ਨ ਉਹ ਕਿੱਥੇ ਜਾਏਗੀ ਜਦੋਂ ਕਿ ਜਿਹੜਾ ਪਲੈਨਟ ਆ ਅਰਥ ਉਹ ਸਾਰਾ ਫੁੱਲ ਹੋ ਜਾਏਗਾ। ਠੀਕ ਆ, ਦੇਰ ਹੈਵ ਬੀਨ ਮੈਨੀ ਥਿਊਰੀਜ਼ ਪੁੱਟ ਫੋਰਵਰਡ ਅਬਾਊਟ ਦਾ ਹਿਊਮਨ ਪਾਪੂਲੇਸ਼ਨ। ਤਾਂ ਬਹੁਤ ਸਾਰੀਆਂ ਜਿਹੜੀਆਂ ਥਿਊਰੀਜ਼ ਇੱਥੇ ਬਣੀਆਂ ਹੈਗੀਆਂ ਵਾ ਵੀ ਆਨਸਰ ਲਈ। ਮੂਵਿੰਗ ਟੂ ਆਊਟਰ ਸਪੇਸ। ਤਾਂ ਜਿਹੜੀ ਆਊਟਰ ਸਪੇਸ, ਜਦੋਂ ਆਊਟਰ ਸਪੇਸ ਦਾ ਮਤਲਬ ਇੱਥੇ ਹੈਗਾ ਗਾ ਵੀ ਜਦੋਂ ਉਹ ਧਰਤੀ ਨੂੰ ਛੱਡ ਕੇ ਕਿਸੇ ਹੋਰ ਜਾਣੀ ਕਿ ਹੈ ਨਾ ਮਤਲਬ ਗ੍ਰਹਿ 'ਤੇ ਚਲਿਆ ਜਾਏਗਾ, ਉਹਨੂੰ ਕਿਹਾ ਗਿਆ ਆਊਟਰ ਸਪੇਸ। ਮਾਰਸ਼ਲ ਸਪੇਸ ਕਿਸੇ ਪਰਸਨ ਦਾ ਨੇਮ ਦਿੱਤਾ ਗਿਆ ਹੈਗਾ। ਫੋਰ ਐਗਜ਼ਾਮਪਲ ਹੈਜ਼ ਅ ਪ੍ਰੋਜੈਕਟਡ ਦੈਟ ਦ ਹਿਊਮਨ ਪਾਪੂਲੇਸ਼ਨ ਵਿਲ ਰੀਚ 5 quintillions ਥਰੂ ਆਊਟ ਦਾ ਸੋਲਰ ਸਿਸਟਮ ਬਾਈ ਦਾ ਈਅਰ 3000 ਵਿਦ ਦਾ ਮੈਜੋਰਟੀ ਲਿਵਿੰਗ ਇਨ ਦਾ ਐਸਟਰੋਇਡ ਬੈਲਟ। ਤਾਂ ਉਹਨਾਂ ਨੇ ਆਪਾਂ ਨੂੰ ਦੱਸਤਾ ਕਿ ਜਿਹੜੇ ਸੋਲਰ ਸਿਸਟਮ ਦੇ ਹੋਰ ਜਾਣੀ ਕਿ ਗ੍ਰਹਿਾਂ 'ਤੇ ਰਹਿਣ ਲੱਗ ਜਾਣਗੇ 3000 ਸਾਲ ਬਾਅਦ। ਕੀ ਹੈ ਉਹ ਮਾਰਸ਼ਲ ਸਪੇਸ ਦਾ ਜਿਹੜਾ ਮਤਲਬ ਓਵਰਵਿਊ ਹੈਗਾ ਗਾ। ਤਾਂ ਅੱਗੇ ਆਪਣੇ ਕੋਲ ਹੋਰ ਦਿੱਤਾ ਆਥਰ ਸੀ ਕਲਾਰਕ ਅਫਰਵੈਂਟ supporter of space now argue that by the year 2057 there will be a human on the moon, Mars, Europa,
ਗੈਨੀਮੇਡ, ਟਿਟਨ ਐਂਡ ਇਨ ऑर्बिट ਅਰਾਊਂਡ ਦ ਵੀਨਸ। ਤਾਂ ਠੀਕ ਆ, ਵੀਨਸ 'ਤੇ ਵੀ ਉਹ ਰਹਿਣ ਲੱਗ ਜਾਏਗਾ ਹੈ ਨਾ, ਨੈਪਟੂਨ 'ਤੇ ਵੀ ਰਹਿਣ ਲੱਗ ਜਾ, ਪਲੂਟੋ 'ਤੇ ਵੀ ਰਹਿਣ, ਮਤਲਬ ਵੈਰੀਅਸ ਜਿਹੜੇ ਆਪਾਂ ਨੂੰ ਕਈ ਤਰ੍ਹਾਂ ਦੇ ਜਿਹੜੇ ਗ੍ਰਹਿ ਦੇ ਨੇਮ ਦਿੱਤੇ ਗਏ ਹੈਗੇ ਆ। ਤਾਂ ਆਪਾਂ ਨੂੰ ਹੈ ਨਾ ਭਾਵੇਂ ਨਹੀਂ ਵੀ ਪਤਾ, ਨੌਲੇਜ ਨਹੀਂ ਵੀ ਹੈਗੀ, ਬਸ ਥੋੜ੍ਹਾ ਜਿਹਾ ਤਾਂ ਪਤਾ ਹੁੰਦਾ ਮੂਨ ਮਾਰਸ ਦਾ ਤਾਂ ਹੈ ਨਾ, ਤਾਂ ਵੀਨਸ ਦਾ ਵੀ, ਤਾਂ ਥੋੜ੍ਹੇ ਮਤਲਬ ਜਿੰਨੀ ਕੁ ਤੁਹਾਨੂੰ ਨੌਲੇਜ ਹੈਗੀ ਉਨਾ ਕੁ ਪਤਾ ਲੱਗ ਗਿਆ ਆਪਾਂ ਨੂੰ ਵੀ ਜਿਹੜੇ ਉਹ ਹੋਰ ਮਤਲਬ ਕਿ ਰਹਿਣ ਲੱਗ ਗਏ, ਹੋਰ ਗ੍ਰਹਿਾਂ 'ਤੇ ਰਹਿਣ ਲੱਗ ਜਾਣਗੇ, ਠੀਕ ਆ, ਫਿਊਚਰ ਦੇ ਵਿੱਚ ਵਿਲ ਵੀ। ਤਾਂ ਫੀਮਨ ਡਾਇਸਨ, ਤਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਫਿਊਚਰ ਦੀ ਕੋਈ ਗੱਲ ਹੋ ਰਹੀ ਹੈ, ਆਪਾਂ ਨੂੰ ਥੋੜ੍ਹਾ ਯਾਦ ਆਊਗਾ ਕਿ ਆਪਣੇ ਕੋਲ ਜਿਹੜੀ ਲਿਸਟ ਆਫ ਹੈਡਿੰਗ ਦੇ ਵਿੱਚ ਕੋਈ ਫਿਊਚਰ ਨਾਲ ਰਿਲੇਟਡ ਹੈਗੀ ਹੈ ਗੱਲ, ਠੀਕ ਆ। ਫੇਵਰਸ ਦ ਕੁਪਟਰ ਬੈਲਟ ਐਜ਼ ਅ ਫਿਊਚਰ ਹੋਮ ਆਫ ਹਿਊਮੈਨਿਟੀ ਸੁਜੈਸਟਿੰਗ ਦਿਸ ਕੁਡ ਹੈਪਨ ਵਿਦਨ ਅ ਫਿਊ ਸੈਂਚੁਰੀ। ਤਾਂ ਜਿਹੜਾ ਇਹ ਕੀ ਹੈ, ਇਹ ਜਲਦੀ ਹੀ ਮਤਲਬ ਕਿ ਹੋ ਜਾਏਗਾ, ਫਿਊ ਸੈਂਚੁਰੀ ਦੇ ਵਿੱਚ ਹੋ ਜਾਏਗਾ, ਠੀਕ ਆ। ਤਾਂ ਹੁਣ ਆਪਾਂ ਗੱਲ ਕਰਦੇ ਹੈਗੇ ਹਾਂ, ਦੇਖੋ ਲਾਸਟ ਕੋਈ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਕੋਈ ਗੱਲ ਨਹੀਂ ਹੋਈ, ਆਪਣਾ ਇਹ ਕੱਟਿਆ ਗਿਆ। ਤਾਂ ਇੱਕ ਫਰਮ ਬਰੀਫ ਦੈਟ ਹਿਊਮਨ ਹੈਬਿਟੇਸ਼ਨ ਆਫ ਆਊਟਰ ਸਪੇਸ ਵਿਲ ਬੀ ਅਕਰ, ਠੀਕ ਆ। ਤਾਂ ਆਪਣੇ ਕੋਲ ਜਿਹੜਾ ਇੱਕ ਉਹ ਕਹਿੰਦੇ ਵੀ ਮਤਲਬ ਇੱਕ ਕਲੀਅਰ ਜਿਹੜਾ ਹੈਗਾ ਬਲੀਫ ਆ ਕਿ ਜਿਹੜੀ ਹਿਊਮਨ ਹੈਬਿਟੇਸ਼ਨ ਆ ਉਹ ਮਤਲਬ ਕਿ ਵਿਲ ਬੀ ਅਕਰ, ਉਹ ਚਲੀਆਂ ਜਾਣਗੀਆਂ ਆਊਟਰ ਸਪੇਸ 'ਤੇ ਚਲੀਆਂ ਜਾਣਗੀਆਂ। ਹਾਂ, ਆਪਣਾ ਇੱਕ ਵਾਰੀ ਆਪਾਂ ਹੋਲਡ ਕਰ ਲਈਏ ਇਹਨੂੰ, ਤਾਂ ਹੋਰ ਦੇਖ ਲਈਏ ਕੋਈ ਮੈਚ ਤਾਂ ਨਹੀਂ ਹੋ ਰਿਹਾ, ਠੀਕ ਆ। ਤਾਂ ਕਿਉਂਕਿ ਆਪਾਂ ਨੂੰ ਉਹਨਾਂ ਵਿੱਚ ਫਿਊਚਰ ਦੇ ਬਾਰੇ ਕੁਝ ਦੱਸਿਆ ਸੀ ਨਾ, ਅਤੇ ਇਹਦੇ ਬਾਰੇ ਆਪਾਂ ਨੂੰ ਕੋਈ ਫਿਊਚਰ ਬਾਰੇ ਕੋਈ ਸਪੈਸ਼ਲ ਗੱਲ ਨਹੀਂ ਕੀਤੀ ਹੈ ਨਾ, ਥਿਊਰੀਜ਼ ਬਾਰੇ ਵੀ ਦੱਸਿਆ ਸੀਗਾ। ਤਾਂ ਹੁਣ ਆਪਾਂ ਕੋਈ ਮੇਗਾ ਸਿਟੀ ਦੀ ਹੈ ਨਾ, ਕੋਈ ਇੱਕ ਸਿਟੀ ਦੀ ਗੱਲ ਹੋਈ ਹੋਵੇ ਨਹੀਂ। ਤਾਂ ਇੰਪੋਰਟੈਂਸ ਆਫ ਨਿਊ ਬ੍ਰਿਟਿਸ਼ ਲਾਇਬ੍ਰੇਰੀ, ਬ੍ਰਿਟਿਸ਼ ਲਾਇਬ੍ਰੇਰੀ ਦੀ ਕੋਈ ਗੱਲ ਨਹੀਂ ਹੋਈ, ਆਪਣਾ ਕੱਟਿਆ ਗਿਆ। ਤਾਂ ਅੱਗੇ ਆਪਣੇ ਕੋਲ ਹੈਗਾ ਗਾ ਸੈਕਿੰਡ, ਦ ਵੇਰੀਅਸ ਪ੍ਰੈਡਿਕਸ਼ਨ ਅਬਾਊਟ ਫਿਊਚਰ ਸੋਲਿਊਸ਼ਨ ਟੂ ਅ ਲੈਕ ਆਫ ਸਪੇਸ। ਅਤੇ ਆਪਾਂ ਨੂੰ ਫਿਊਚਰ ਪ੍ਰੈਡਿਕਸ਼ਨ ਵੀ ਦਿੱਤੀਆਂ ਗਈਆਂ, ਠੀਕ ਆ। ਵੈਰੀਅਸ ਪ੍ਰੈਡਿਕਸ਼ਨ, ਕਿੰਨੀਆਂ ਪ੍ਰੈਡਿਕਸ਼ਨ ਦਿੱਤੀਆਂ ਗਈਆਂ ਵੀ ਉਹ ਕੋਈ ਕਹਿ ਰਿਹਾ ਇਹ ਹੋ ਜਾਏਗਾ ਹੈ ਨਾ, ਇੱਥੇ ਰਹਿਣ ਲੱਗ ਜਾਣਗੇ, ਤਾਂ ਕੋਈ ਕਹਿ ਰਿਹਾ ਵੀ ਆਏ ਵਾਲੇ ਗ੍ਰਹਿ 'ਤੇ ਰਹਿਣ ਲੱਗ ਜਾਣਗੇ, ਤਾਂ ਉਹ ਫਿਊਚਰ ਬਾਰੇ ਪ੍ਰੈਡਿਕਸ਼ਨ ਆ ਵੀ ਹੋ ਜਾਏਗਾ ਹੈ ਨਾ। ਤਾਂ ਸੋਲਿਊਸ਼ਨ ਕਾਹਦੇ ਆ ਕਿ ਲੈਕ ਆਫ ਸਪੇਸ, ਵੀ ਜਦੋਂ ਸਪੇਸ ਦੀ ਇੱਥੇ ਮਤਲਬ ਕਿ ਉਹਨਾਂ ਨੂੰ ਕਮੀ ਹੋ ਗਈ ਹੈ ਨਾ ਪੀਪਲਸ ਨੂੰ, ਤਾਂ ਉਹ ਜਿਹੜੇ ਹੋਰ ਗ੍ਰਹਿਾਂ 'ਤੇ ਸ਼ਿਫਟ ਹੋ ਜਾਣਗੇ। ਤਾਂ ਆਪਣਾ ਆਨਸਰ ਜਿਹੜਾ ਬਣਦਾ ਹੈ ਸੈਕਿੰਡ। ਆਪਣੇ ਕੋਲ ਜਿਹੜਾ 7 ਸੀਗਾ ਉਹ ਇਸ ਲਈ ਕੱਟਿਆ ਗਿਆ ਕਿਉਂਕਿ ਇੱਥੇ ਆਪਾਂ ਨੂੰ ਜਸਟ ਇੱਕ ਦੱਸਿਆ ਸੀਗਾ ਕਿ ਇੱਕ ਮਤਲਬ ਕਿ ਬਰੀਫ ਹੈਗਾ, ਪੱਕਾ ਯਕੀਨ ਆ, ਪਰ ਉੱਥੇ ਕੋਈ ਪੱਕਾ ਯਕੀਨ ਨਹੀਂ, ਉੱਥੇ ਥਿਊਰੀਜ਼ ਆ ਵੱਖਰੀ ਵੱਖਰੀ ਹੈ ਨਾ, ਹਰ ਇੱਕ ਪਰਸਨ ਦੀ ਵੱਖਰੀ ਵੱਖਰੀ ਹੈਗੀ ਆ। ਤਾਂ ਦੈਟਸ ਵਾਈ ਆਪਣਾ ਜਿਹੜਾ ਪ੍ਰੈਡਿਕਸ਼ਨ ਆ ਗਈਆਂ, ਵੈਰੀਅਸ ਪ੍ਰੈਡਿਕਸ਼ਨ ਵੀ ਬਹੁਤ ਸਾਰੀਆਂ, ਮਤਲਬ ਹਰੇਕ ਨੇ ਆਪਣੀ ਵੱਖਰੀ ਵੱਖਰੀ ਪ੍ਰੈਡਿਕਸ਼ਨ ਕੀਤੀ ਹੈਗੀ ਆ। ਤਾਂ ਆਪਣਾ ਆਨਸਰ ਜਿਹੜਾ ਆ ਜਾਊਗਾ ਸੈਕਿੰਡ। ਜੇ ਤੁਹਾਨੂੰ ਲੱਗਦਾ ਵੀ ਹੈ ਨਾ ਕਿਸੇ ਮਤਲਬ ਕੁਐਸਚਨ ਦੇ ਦੋ ਆਨਸਰ ਲੱਗਦੇ ਆ, ਲਾਈਕ ਹੁਣ ਆਪਣੇ ਕੋਲ ਡੀ ਹੈ, ਜੇ ਆਪਾਂ ਨੂੰ ਨਾਲ ਤੁਹਾਨੂੰ 7th ਵੀ ਫਿਰ ਵੀ ਲੱਗਦਾ, ਤੁਸੀਂ ਇੱਥੇ 7th ਰੱਖ ਲਓ। ਜੇ ਤੁਹਾਨੂੰ ਕਹਾਂ ਜਿਹੜਾ ਸੈਕਸ਼ਨ ਈ ਦੇ ਵਿੱਚ ਮਿਲ ਗਿਆ ਹੈ ਨਾ, ਜਾਂ ਹੋਰ ਕਿਸੇ ਦੇ ਵਿੱਚ ਮਿਲ ਗਿਆ, ਕਿਸੇ ਹੋਰ ਨਾਲ ਮੈਚ ਕਰਦਾ, ਤਾਂ ਫਿਰ ਉਹਦਾ ਆਨਸਰ ਹੋ ਜਾਣਾ, ਤਾਂ ਆਟੋਮੈਟਿਕਲੀ ਦੂਸਰਾ ਕੱਟਿਆ ਜਾਣਾ ਹੈਗਾ। ਇਸ ਤਰ੍ਹਾਂ ਤੁਸੀਂ ਕਰ ਸਕਦੇ ਆ, ਠੀਕ ਆ। ਤਾਂ ਹੁਣ ਆਪਣੇ ਕੋਲ ਇੱਕ ਲਾਸਟ ਰਹਿ ਗਿਆ ਈ, ਠੀਕ ਆ। ਹੁਣ ਆਪਾਂ ਇਹ ਪੜ੍ਹਦੇ ਹਾਂ, ਹੈਬਿਟੇਸ਼ਨ ਇਨ ਆਊਟਰ ਸਪੇਸ ਇਜ਼ ਅ ਹਿਊਜ ਸਟੇਸ਼ਨ ਇਜ਼ ਨੋ ਲੋਂਗਰ ਜਸਟ ਅ ਡਰੀਮ ਬਟ ਅ ਰਿਐਲਿਟੀ। ਉਹ ਕਹਿੰਦੇ ਇਹ ਜ਼ਿਆਦਾਤਰ ਮਤਲਬ ਇੱਕ ਸਪਨਾ ਹੀ ਨਹੀਂ ਰਹਿਣਾ, ਇਹ ਸੱਚ ਹੋ ਜਾਣਾ, ਠੀਕ ਹੈ, ਇੱਕ ਰਿਐਲਿਟੀ ਬਣ ਜਾਣੀ ਆ। ਅ ਪਰਮਾਨੈਂਟ ਇੰਟਰਨੈਸ਼ਨਲ ਸਪੇਸ ਸਟੇਸ਼ਨ ਇਜ਼ ਨਾਓ ਔਰਬਿਟ ਦਾ ਅਰਥ, ਠੀਕ ਆ। ਤਾਂ ਉਹ ਕਹਿੰਦੇ ਜਿਹੜੇ ਪਰਮਾਨੈਂਟ ਇੰਟਰਨੈਸ਼ਨਲ ਹੈਗਾ ਗਾ ਉਹ ਔਰਬਿਟ ਬਣ ਗਿਆ ਵਾ ਅਰਥ ਦਾ। ਦ ਫਸਟ ਕਮਰਸ਼ੀਅਲ ਟੂਰਿਸਟ ਰੀਸੈਂਟਲੀ ਵੈਂਟ ਇਨ ਟੂ ਆਊਟਰ ਸਪੇਸ ਵਿਦ ਮੋਰ ਟ੍ਰਿਪਸ ਪਲੈਨਡ ਫॉर ਦ ਨੀਅਰ ਫਿਊਚਰ, ਠੀਕ ਆ। ਜਿਹੜੇ ਰੀਸੈਂਟਲੀ ਕੁਝ ਜਿਹੜੇ ਟੂਰ ਚਲੇ ਵੀ ਗਏ ਆ ਹੈ ਨਾ, ਅਤੇ ਕੁਛ ਜਿਹੜੇ ਜਾਣਗੇ ਆਊਟਰ ਸਪੇਸ, ਦਿਸ ਇਜ਼ ਓਨਲੀ ਦ ਬਿਗਨਿੰਗ, ਇਹ ਸਿਰਫ ਜਸਟ ਇੱਕ ਸ਼ੁਰੂਆਤ ਹੈਗੀ ਆ। ਬਟ ਦ ਡਿਵਲਪਮੈਂਟ ਆਫ ਸਪੇਸ ਹੋਟਲਸ ਇਜ਼ ਨੋਟ ਫਾਰ ਆਫ। ਤਾਂ ਬਟ ਉਹ ਕਹਿੰਦੇ ਜਿਹੜੇ ਡਿਵਲਪਮੈਂਟ ਆ ਹੈ ਨਾ ਸਪੇਸ ਦੀ, ਹੋਟਲਸ ਦੀ, ਹੋਟਲ ਬਣ ਜਾਣੇ ਹੈਗੇ ਆ, ਉਹ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਉਹ ਦਿਨ। ਦੇਰ ਇਜ਼ ਨੋ ਨੋਇੰਗ ਦੇਅਰ ਮੈਨਕਿੰਡ ਮੇ ਐਂਡ ਅਪ। ਤਾਂ ਉਹ ਕਹਿੰਦੇ ਜਿਹੜਾ ਮੈਨਕਾਇੰਡ ਹੈਗਾ ਉਹ ਕਿੱਥੇ ਐਂਡ ਕਰੂਗਾ, ਇਹਦਾ ਕਿਸੇ ਨੂੰ ਨਹੀਂ ਮਾਲੂਮ ਹੈਗਾ, ਕੋਈ ਨਹੀਂ ਜਾਣਦਾ ਵੀ ਕਦੋਂ ਇਹ ਖਤਮ ਹੋਏਗਾ, ਵੀ ਉਹਦਾ ਖੋਜਣਾ, ਠੀਕ ਆ। ਬਟ ਦ ਆਈਡੀਆਜ਼ ਅਬਾਊਟ ਆਫਵਰਡ ਹੈਬਿਟੇਸ਼ਨ ਆਰ ਨੋਟ ਫੈਂਸੀਫੁਲ ਐਂਡ ਆਈ ਐਮ ਸ਼ਿਓਰ। ਤਾਂ ਹੁਣ ਉਹਨੇ ਆਪਣਾ ਓਵਰਵਿਊ ਦਿੱਤਾ ਹੈਗਾ ਰਾਈਟਰ ਨੇ, ਉਹ ਕਹਿੰਦਾ ਮੈਂ ਸ਼ਿਓਰ ਹਾਂ ਵੀ ਆਈ ਐਮ ਨੋਟ ਅਲੋਨ ਇਨ ਫੈਂਟੈਸਿੰਗ ਅਬਾਊਟ ਸਮਰ ਹੌਲੀਡੇਜ਼। ਤਾਂ ਮੈਂ ਇਕੱਲਾ ਹੀ ਨਹੀਂ ਹੈਗਾ ਜਿਹੜਾ ਵੀ ਸੋਚਦਾ ਜਿਹੜੇ ਸਮਰ ਹੌਲੀਡੇਜ਼ ਸਪੈਂਡ ਵਾਚਿੰਗ ਦਾ ਮੂਨਸ ਰਾਈਜ਼ਿੰਗ। ਤਾਂ ਜਿਹੜਾ ਮੈਂ ਚੰਨ 'ਤੇ ਦੇਖੂੰਗਾ ਹੈ ਨਾ, ਚੰਨ ਨੂੰ ਮਤਲਬ ਕਿ ਰਾਈਜ਼ ਕਰਦੇ ਨੂੰ ਦੇਖੂੰਗਾ ਸਮਰ ਹੌਲੀਡੇਜ਼ ਅਤੇ ਸਮ ਫਾਰ ਫਲੰਗ ਪਲੈਨਟਸ ਔਰ ਫਲੋਟਿੰਗ ਹੋਟਲ ਸਮਵੇਅਰ ਔਨ ਦਾ ਐਂਡੋਮੀਡਾ ਨਿਬੂਲਾ। ਤਾਂ ਹੁਣ ਆਪਾਂ ਨੂੰ ਉਹਨਾਂ ਨੇ ਦੱਸਤਾ, ਉਹ ਕਹਿੰਦੇ ਵੀ ਸਪੇਸ ਜਿਹੜੀ ਹੈਗੀ ਆ ਮਤਲਬ ਆਊਟਰ ਆਫ ਸਪੇਸ, ਮੈਂ ਇਕੱਲਾ ਹੀ ਨਹੀਂ ਹੈਗਾ, ਬਹੁਤ ਸਾਰੇ ਲੋਕ ਜਿਹੜੇ ਸੋਚ ਰਹੇ ਆ ਵੀ ਹੋਏਗਾ ਹੈ ਨਾ, ਵੀ ਉਹ ਮਤਲਬ ਜਿਹੜੇ ਹੌਲੀਡੇਜ਼ ਹੈਗੇ ਉਹ ਚੰਨ 'ਤੇ ਜਾ ਕੇ ਬਿਤਾਉਣਗੇ ਜਾਂ ਆਊਟਰ ਸਪੇਸ ਜਾਣਗੇ। ਤਾਂ ਮੇਨਲੀ ਉਹਨੇ ਆਪਣਾ ਜਿਹੜਾ ਓਵਰਵਿਊ ਦਿੱਤਾ ਵੀ ਇਹ ਪੱਕੀ ਗੱਲ ਹੈਗੀ ਆ, ਵੀ ਇੱਦਾਂ ਹੋਊਗਾ ਹੀ ਹੋਊਗਾ, ਉਹ ਦਿਨ ਦੂਰ ਨਹੀਂ ਹੈਗਾ ਜਿਹਦੇ ਜਿਹੜੇ ਹੋਟਲਸ ਵੀ ਆਊਟ ਆਫ ਸਪੇਸ ਬਣ ਜਾਣਗੇ ਹੈ ਨਾ, ਤਾਂ ਜਿਹੜੇ ਲੋਕ ਹੈਗੇ ਆ ਉਹ ਆਊਟ ਆਫ ਸਪੇਸ ਰਹਿਣਗੇ, ਠੀਕ ਆ। ਤਾਂ ਹੁਣ ਆਪਾਂ ਇੰਨਾ ਪੜ੍ਹ ਲਿਆ, ਹੁਣ ਮੈਚ ਕਰਦੇ ਹੈਗੇ ਆ। ਹੁਣ ਆਪਣੇ ਕੋਲ ਜਿਹੜਾ ਥਰਡ ਹੋਇਆ ਹੈਗਾ ਗਾ, ਤਾਂ ਆਪਣੇ ਕੋਲ ਜਿਹੜਾ ਫਸਟ ਵੀ ਹੋ ਗਿਆ, ਇਹ ਆਪਾਂ ਨਾਲ ਹੀ ਕੱਟ ਦੇਣਾ ਹੈਗਾ ਗਾ। ਤਾਂ ਆਪਣੇ ਕੋਲ ਜਿਹੜਾ ਸੈਕਿੰਡ ਵੀ ਹੋਇਆ ਵਾ,
ਠੀਕ ਆ। 5th ਆਪਣਾ ਆਲਰੇਡੀ ਸੀ ਗਿਵਨ ਸੀਗਾ, ਤਾਂ ਆਪਣਾ ਹੁਣ ਇਹਦੇ ਵਿੱਚ ਕੋਈ ਬ੍ਰਿਟਿਸ਼ ਲਾਇਬ੍ਰੇਰੀ ਦੀ ਗੱਲ ਨਹੀਂ ਹੋਈ ਸੀ, ਉਹ ਆਪਣਾ ਕੱਢ ਦਿੰਦੇ ਆ। ਠੀਕ ਆ। ਅ ਡਿਸਕ੍ਰਿਪਸ਼ਨ ਆਫ ਮੈਗਾ ਸਿਟੀ, ਤਾਂ ਇੱਕ ਸਿਟੀ ਦੀ ਕੋਈ ਗੱਲ ਨਹੀਂ ਹੋਏਗੀ, ਤਾਂ ਆਪਣਾ ਇਹ ਵੀ ਕੱਟਿਆ ਗਿਆ। ਠੀਕ ਆ। ਤਾਂ ਅੱਗੇ ਆਪਣੇ ਕੋਲ ਕੀ ਆ ਗਿਆ, ਲਾਸਟ ਵਾਲਾ ਆਪਾਂ ਵੇਖਦੇ ਹਾਂ, ਦਾ ਇੰਪੋਰਟੈਂਸ ਆਫ ਹੈਵਿੰਗ ਐਨ ਇੰਟਰਨੈਸ਼ਨਲ ਸਪੇਸ ਸਟੇਸ਼ਨ। ਤਾਂ ਆਪਣੇ ਕੋਲ ਜਿਹੜੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਇੱਕ ਗੱਲ ਹੋਈ ਸੀਗੀ, ਤਾਂ ਕੋਈ ਇਹਦੇ ਬਾਰੇ ਕੋਈ ਡਿਟੇਲ ਦੇ ਵਿੱਚ ਨਹੀਂ ਦੱਸਿਆ ਸੀਗਾ ਆਪਾਂ ਨੂੰ, ਅਤੇ ਇਹਦੇ ਵਿੱਚ ਆਪਾਂ ਹੁਣ 7th ਵਿੱਚ ਪੜ੍ਹਦੇ ਹਾਂ, ਅ ਫਰਮ ਬਰੀਫ ਦੈਟ ਹਿਊਮਨ ਹੈਬੀਟੇਸ਼ਨ ਆਫ ਆਊਟਰ ਸਪੇਸ ਵਿਲ ਅਕਰ। ਤਾਂ ਫਰਮ ਆਪਾਂ ਕਹਿੰਦੇ ਨੇ ਵੀ ਇਹ ਚੀਜ਼ ਚੰਗੀ ਜਿਹੜੀ ਫਰਮ ਹੈਗੀ ਆ, ਕਨਫਰਮ ਆ, ਬਲੀਵ ਦੈਟ ਹਿਊਮਨ ਹੈਬੀਟੇਸ਼ਨ ਆਫ ਆਊਟਰ ਸਪੇਸ ਵਿਲ ਅਕਰ, ਵੀ ਜਿਹੜੀਆਂ ਹਿਊਮਨ ਦੀਆਂ ਹੈਬੀਟੇਸ਼ਨ ਆ, ਜਿਹੜੀ ਰਹਿਣਾ ਸਹਿਣਾ ਉਹ ਆਊਟ ਆਫ ਸਪੇਸ ਹੋਏਗਾ ਹੀ, ਹੈ ਨਾ। ਤਾਂ ਇੱਕ ਮਤਲਬ ਕਿ ਪੂਰਾ ਜਿਹੜਾ ਪੱਕਾ ਬਲੀਵ ਸੀਗਾ, ਤਾਂ ਉਹ ਕਿਹਦੇ ਰਾਈਟਰ ਨੇ ਦੱਸਿਆ ਸੀਗਾ ਕਿ ਆਈ ਐਮ ਸ਼ੋਰ। ਤਾਂ ਆਪਾਂ ਨੇ ਇਸ ਗੱਲ ਤੋਂ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਵੀ ਉਹਨੇ ਕਿਹਾ ਸੀਗਾ ਕਿ ਮੈਂ ਸ਼ੋਰ ਹਾਂ, ਅਤੇ ਇਹ ਆਂਸਰ ਆਪਣਾ ਵਿਚਕਾਰ ਮਿਲਿਆ ਸੀ ਆਪਾਂ। ਠੀਕ ਆ। ਤਾਂ ਇਹ ਆਪਾਂ ਟ੍ਰਿਕ ਬਿਲਕੁਲ ਨਹੀਂ ਯੂਜ਼ ਕਰਨੀ, ਜਿਹੜੇ ਮਤਲਬ ਫਸਟ 2 ਲਾਈਨਸ ਪੜ੍ਹ ਲਈਆਂ ਐਂਡ ਲਾਸਟ ਵਾਲੀਆਂ ਪੜ੍ਹ ਲਈਆਂ। ਠੀਕ ਆ। ਕਿਉਂਕਿ ਆਪਣਾ ਹੁਣ ਆਂਸਰ ਵਿਚਕਾਰ ਮਿਲਦਾ ਹੈ ਜ਼ਿਆਦਾਤਰ। ਤਾਂ ਆਪਾਂ ਹੁਣ ਇਹਦਾ ਆਂਸਰ ਲਾ ਦਾਂਗੇ 7th। ਦੇਖੋ ਹੁਣ ਜੇ ਆਪਾਂ ਇੱਥੇ ਇਹਦਾ 7th ਲਾਇਆ ਹੁੰਦਾ, ਹੁਣ ਆਪਾਂ ਨੂੰ ਪਤਾ ਲੱਗਿਆ ਸੀ ਕਿ ਲਾਸਟ ਦਾ ਹੈਗਾ, ਤੇ ਇਹ ਕੱਟਿਆ ਜਾਣਾ ਸੀ, ਆਪਣੇ ਕੋਲ 2nd ਰਹਿ ਜਾਣਾ ਸੀਗਾ। ਠੀਕ ਆ। ਤਾਂ ਤੁਸੀਂ ਇੱਦਾਂ ਕਰ ਸਕਦੇ ਹੋ। ਤਾਂ ਅੱਜ ਦੇ ਆਪਣੇ ਲਿਸਟ ਆਫ ਹੈਡਿੰਗਸ ਲਈ ਇਹੀ ਟ੍ਰਿਕਸ ਸੀਗੀਆਂ। ਆਈ ਹੋਪ ਤੁਹਾਨੂੰ ਵੀਡੀਓ ਯੂਜ਼ਫੁਲ ਲੱਗੀ ਹੋਊਗੀ। ਤਾਂ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕਸ ਫॉर ਵਾਚਿੰਗ।